सतनाम वाहिगुरु साहिब जी। हे प्राणनाथ गोबिंद है, कृपा निधान जगद गुरो। हे संसार ताप हरण है, करुणा में सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। जे सो चंदा उगवहे, सूरज चढ़े हजार। एते चानण होंदिया, गुर बिन घोर अंधार। बेसुमार अथाह अगनत तोलै, ज्यों बुलावो त्यों नानक दास बोले। सतनाम वाहिगुरु साहिब जी। गुरु गुर गुरु गुर, गुरु जप सत कर। अगम गुण जान निधान, हर मन तरहो तयान। अहनिस करहो बचन, गुर हृदय धर। फुन गुरु जल बिमल अथाह मज्जन करहो। संत गुर सिख तरहो, नाम सच रंग सर। सदा निर्वैर निरंकार निरपौ जपै, प्रेम गुर शब्द रस। करत दृढ़ भगत हर, मुगध मन प्रमत जहो। नाम गुर मुख भजहो, गुरु गुर गुरु गुर। गुरु जप सत कर। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन, भगत वचल कृपा निध दया निध, करुणा निध सतगुरु श्री गुरु ग्रंथ साहिब जी दीन दयाल पातशाह, जिन्हां दी अपार मेहरामत है, अथाह बख्शिश है, जो सतगुरु साहिब जी ने अपनी मेहर भरी नज़र करके सब नूं सतसंगत रूप विच जुड़न दा अमोलक अवसर बख्शिश किया है जी। आप जी बड़े सुभाग्यशाली हो, जो सतगुरु की रहमत नूं माणदियां होया सतसंगत रूप विच जुड़ बैठ के गुरु शब्द दे कीर्तन अते विचार अभ्यास दे नाल अपने मनुखा जीवन नूं सफल करन दा, सकारथ करन दा श्रेष्ठ निर्मल यतन कर रहे हो जी। सतगुरु की अपार कृपा सदका आप जी धन सतगुरु श्री गुरु ग्रंथ साहिब जी दी पावन पवित्र बाणी दी लड़ीवार कथा श्रवण करके निरंतर अध्यात्मक ज्ञानात्मक लाभ प्राप्त करते हो जी।
ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਭੱਟ ਸਾਹਿਬਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਨੂੰ ਬਾਰ-ਬਾਰ ਆਰਾਧਨ ਦਾ ਅਨੁਭਵ ਬਿਆਨ ਕਰ ਰਹੇ ਹਨ। ਇਸ ਤੋਂ ਪਹਿਲੇ ਸਵਈਏ ਵਿੱਚ ਭੱਟ ਸਾਹਿਬਾਨਾਂ ਜ਼ਿਕਰ ਕੀਤਾ ਸੀ ਕਿ ਹੇ ਮਨੁੱਖ, ਜਿੰਨੇ ਤੇਰੀ ਦੇਹ ਦੇ ਵਿੱਚ ਪ੍ਰਾਣ ਹਨ, ਹਰੇਕ ਪ੍ਰਾਣ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਸਰੂਪ ਦਾ ਧਿਆਨ ਧਰਦਿਆਂ ਹੋਇਆਂ ਆਪਣੀ ਜ਼ੁਬਾਨ ਨੂੰ ਸਫਲੀ ਕਰਨ ਦੇ ਲਈ, ਆਪਣੇ ਹਿਰਦੇ ਨੂੰ ਅੰਮ੍ਰਿਤ ਰਸ ਭਰਨ ਦੇ ਲਈ, ਆਪਣੀ ਬੁੱਧੀ ਦੇ ਵਿੱਚ ਗਿਆਨ ਦੇ ਪ੍ਰਕਾਸ਼ ਲਈ ਅਤੇ ਆਪਣੇ ਮਨ ਦੇ ਵਿੱਚ ਸ਼ੁਭ ਸੰਕਲਪਨਾ ਧਾਰਨ ਕਰਨ ਦੇ ਲਈ ਹਰ ਵਕਤ ਆਪਣੀ ਜ਼ੁਬਾਨ ਤੋਂ ਗੁਰੂ ਕੀ ਸਿਫਤ ਦਾ ਬਾਰ-ਬਾਰ ਉਚਾਰਨ ਕਰ। ਇਸ ਕਰਕੇ ਬਖਸ਼ਿਸ਼ ਕੀਤੀ ਸੀ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਹੁ। ਤਾਂ ਹੁਣ ਅਗਲੇ ਸਵਈਏ ਵਿੱਚ ਭੱਟ ਸਾਹਿਬਾਨ ਦੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਜਦੋਂ ਜੀਵ ਗੁਰੂ ਦੀ ਸਿਫਤ ਸਲਾਹ ਦੇ ਵਿੱਚ ਜਾਂ ਗੁਰੂ ਸਰੂਪ ਦੇ ਨਾਮ ਦੁਆਰਾ ਜਪ ਅਭਿਆਸ ਵਿੱਚ ਜੁੜਦਾ ਹੈ ਤਾਂ ਫਿਰ ਸ਼ੰਕੇ ਵੀ ਫੁਰਦੇ ਹਨ। ਮਨ ਦੇ ਐਸੇ ਫੁਰਨੇ ਵੀ ਆਉਂਦੇ ਹਨ ਜਿਹੜੇ ਸਿਫਤ ਸਲਾਹ ਕਰਨ ਦੀ ਸਾਧਨਾ ਨੂੰ ਬਾਰ-ਬਾਰ ਭੰਗ ਕਰਦੇ ਹਨ, ਬਾਰ-ਬਾਰ ਇਕਾਗਰਤਾ ਦੇ ਵਿੱਚ, ਵਿਸ਼ਵਾਸ ਦੇ ਵਿੱਚ ਖਲਲ ਪਾਉਂਦੇ ਹਨ। ਤਾਂ ਭੱਟ ਸਾਹਿਬਾਨ ਜੀ ਸੁਚੇਤ ਕਰਕੇ ਬਖਸ਼ਿਸ਼ ਕਰਦੇ ਹਨ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ, ਜੇ ਗੁਰੂ ਦੇ ਪਵਿੱਤਰ ਨਾਮ ਦੀ ਆਰਾਧਨਾ ਕਰਨੀ ਹੈ, ਜਿਸ ਇਨਾਮ ਆਰਾਧਨਾ ਕਰਨ ਦੇ ਨਾਲ, ਹੁਣ ਇੱਥੇ ਇੱਕ ਜੁਗਤ ਸਮਝਣ ਵਾਲੀ ਹੈ ਕਿ ਭੱਟ ਸਾਹਿਬਾਨਾਂ ਨੇ ਗੁਰੂ ਤੋਂ ਬਾਅਦ ਗੁਰ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਜਦੋਂ ਗੁਰੂ ਸ਼ਬਦ ਨੂੰ ਅਸੀਂ ਆਰਾਧਦੇ ਹਾਂ ਤਾਂ ਪਹਿਲੀ ਦਫਾ ਸਾਡੇ ਹਿਰਦੇ ਅੰਦਰ ਗੁਰੂ ਸ਼ਬਦ ਦਾ ਉਚਾਰਨ ਜਿਹੜਾ ਹੈ ਉਹ ਕੇਵਲ ਇਕਾਗਰਤਾ ਪੈਦਾ ਕਰਦਾ ਹੈ, ਠਹਿਰਦਾ ਹੈ। ਭਾਵ ਕਿ ਜਦੋਂ ਗੁਰੂ ਦਾ 2 ਵਾਰੀ ਜ਼ਿਕਰ ਆਉਂਦਾ ਨਾ, ਗੁਰੂ ਗੁਰ ਗੁਰੂ ਗੁਰ, ਉਹਦਾ ਭਾਵ ਹੈ ਕਿ ਜਦੋਂ ਅਸੀਂ ਗੁਰੂ ਸ਼ਬਦ ਦਾ ਉਚਾਰਨ ਕਰਦੇ ਹਾਂ ਤਾਂ ਪਹਿਲੀ ਅਵਸਥਾ ਇਹ ਬਣਦੀ ਹੈ ਕਿ ਸਾਡਾ ਹਿਰਦਾ ਇਕਾਗਰਤਾ ਦੇ ਵਿੱਚ ਆਉਂਦਾ ਹੈ। ਇਕਾਗਰਤਾ ਦੇ ਵਿੱਚ ਆਉਣ ਦਾ ਭਾਵ ਹੈ ਕਿ ਜਿਸ ਦਾ ਅਸੀਂ ਧਿਆਨ ਧਰ ਰਹੇ ਹਾਂ, ਜਿਸ ਦਾ ਉਚਾਰਨ ਕਰ ਰਹੇ ਹਾਂ, ਮਨ ਦੇ ਫੁਰਨੇ ਹੌਲੀ ਹੌਲੀ ਉਹਦੇ ਤਰਫ ਪਰਤਣਾ ਸ਼ੁਰੂ ਕਰ ਦਿੰਦੇ ਹਨ। ਜਿਹੜੀ ਯਾਦਾਸ਼ਤ ਹੈ ਉਹ ਵੀ ਉਸ ਦੇ ਵੱਲ ਆਪਣਾ ਚਿੰਤਨ ਵਧਾਉਣਾ ਸ਼ੁਰੂ ਕਰ ਦਿੰਦੀ ਹੈ। ਫਿਰ ਦੂਜੀ ਦਫਾ ਆਖਦੇ ਹਨ ਗੁਰੂ ਗੁਰ। ਜਦ ਪੂਰਨ ਇਕਾਗਰਤਾ ਬਣ ਜਾਂਦੀ ਹੈ ਫਿਰ ਹਿਰਦੇ ਅੰਦਰ ਸਿਮਰਨ ਐਸਾ ਦ੍ਰਿੜ ਹੋ ਜਾਂਦਾ ਹੈ ਕਿ ਫਿਰ ਉਚਾਰਨ ਮਾਤਰ ਦੀ ਵੀ ਲੋੜ ਨਹੀਂ ਰਹਿੰਦੀ ਅਤੇ ਸਦੀਵੀ ਤੌਰ 'ਤੇ ਗੁਰੂ ਨਾਲ ਜੁੜੇ ਰਹਿੰਦੇ ਹਾਂ। ਅਤੇ ਫਿਰ ਗੁਰੂ ਸ਼ਬਦ ਕਹਿਣ ਦਾ ਭਾਵ ਇਹ ਹੈ ਕਿ ਜਿਹਦੇ ਅੰਦਰ ਇਕਾਗਰਤਾ ਬਣੇਗੀ ਅਤੇ ਇਕਾਗਰਤਾ ਦੇ ਵਿੱਚੋਂ ਰਸ ਬਣੇਗਾ, ਅਤੇ ਜਦੋਂ ਰਸ ਸਿਖਰ 'ਤੇ ਚਲਿਆ ਗਿਆ ਫਿਰ ਸੁਤੇ ਸਿੱਧ ਗੁਰੂ ਦੀ ਯਾਦ ਦਾ ਸਿਮਰਨ ਆਪਣੇ ਆਪ ਜੀਵਨ ਦੇ ਵਿੱਚ ਹੁੰਦਾ ਰਹੇਗਾ। ਅਤੇ ਇਸ ਨੂੰ ਭੱਟ ਸਾਹਿਬਾਨ ਆਖਦੇ ਨੇ, ਇਸ ਤਰ੍ਹਾਂ ਗੁਰੂ ਦੇ ਨਾਮ ਨੂੰ ਬਾਰ-ਬਾਰ ਆਰਾਧਨਾ ਕਰੋ ਤਾਂ ਕਿ ਜਪ ਸਤ ਕਰ, ਕਿ ਗੁਰੂ ਕਾ ਇਹ ਨਾਮ ਜਿਹੜਾ ਹੈ ਸਦੀਵ ਬਖਸ਼ਿਸ਼ ਕਰਨ ਵਾਲਾ ਹੈ। ਅਗੰਮ ਗੁਣ ਜਾਨ ਨਿਧਾਨ, ਹਰ ਮਨ ਤਰਹੁ ਧਿਆਨ, ਅਹਨਿਸ ਕਰਹੁ ਬਚਨ ਗੁਰ ਹਿਰਦੈ ਧਰ। ਤਾਂ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ, ਜਿਵੇਂ ਜਿਵੇਂ ਗੁਰੂ ਦੇ ਪਵਿੱਤਰ ਨਾਮ ਦੀ ਆਰਾਧਨਾ ਕਰਦੇ ਜਾਓਗੇ ਹੋਏਗਾ ਕਿ ਅਗੰਮ ਗੁਣ ਜਾਨ ਨਿਧਾਨ, ਕਿ ਜਿਹੜੇ ਗੁਣ ਮਨ ਬੁੱਧੀ ਦੀ ਕਲਪਨਾ ਤੋਂ ਪਰੇ ਹਨ, ਜਿਹੜੇ ਗੁਣਾਂ ਦਾ ਮਨੁੱਖ ਨੂੰ ਚਿੱਤ ਚੇਤਾ ਵੀ ਨਹੀਂ ਆਉਂਦਾ, ਗੁਰੂ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ। ਅਗਰ ਗੁਰੂ ਨਾਮ ਦੀ ਆਰਾਧਨਾ ਕਰਦੇ ਰਹੋਗੇ ਅਤੇ ਗੁਰੂ ਨੂੰ ਪਰਮ ਅਗੰਮ ਗੁਣਾਂ ਦਾ ਖਜ਼ਾਨਾ ਜਾਣ ਲਵੋ ਅਤੇ ਹਰ ਵਕਤ ਗੁਰੂ ਸਰੂਪ ਦਾ ਮਨ ਦੇ ਅੰਦਰ ਧਿਆਨ ਧਰੋ ਅਤੇ ਜੋ ਗੁਰੂ ਨੇ ਬਚਨ ਦ੍ਰਿੜ ਕਰਾਏ ਹਨ ਉਹ ਹਿਰਦੇ ਵਿੱਚ ਪੱਕੇ ਤੌਰ 'ਤੇ ਵਸਾ ਲਵੋ। ਭੱਟ ਸਾਹਿਬਾਨ ਦੀ ਇੱਕ ਜੁਗਤ ਬਖਸ਼ਿਸ਼ ਕਰਦੇ ਹਨ,
ਜੀਵ ਦੇ ਅੰਦਰ ਹੁਣ ਜਦੋਂ ਜੀਵ ਸਤਿਗੁਰੂ ਨੂੰ ਮਿਲ ਪਿਆ ਹੈ, ਗੁਰੂ ਦੇ ਨਾਮ ਦਾ ਜਪ ਵੀ ਕਰਨ ਲੱਗ ਪਿਆ ਹੈ, ਉਹਨੂੰ ਕਿਵੇਂ ਮਾਲੂਮ ਹੋਵੇ ਕਿ ਜਿਹੜਾ ਮੈਂ ਗੁਰੂ ਦੇ ਪਵਿੱਤਰ ਨਾਮ ਦੀ ਨਿਰੰਤਰ ਭਾਵਨਾ ਦੇ ਨਾਲ ਆਰਾਧਨਾ ਕਰ ਰਿਹਾ, ਬਾਰ-ਬਾਰ ਆਪਣੀ ਜ਼ੁਬਾਨ ਤੋਂ ਉਚਾਰਨ ਕਰ ਰਿਹਾ ਹਾਂ, ਕਿਵੇਂ ਮਾਲੂਮ ਹੋਵੇ ਕਿ ਉਸ ਪ੍ਰਭੂ ਦੀ ਕਿਰਪਾ ਮੇਰੇ ਅੰਦਰ ਸਮੋ ਰਹੀ ਹੈ। ਤਾਂ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼, ਭੱਟ ਸਾਹਿਬਾਨ ਦੀ ਬਖਸ਼ਿਸ਼ ਕਰਦੇ ਹਨ, ਅਗੰਮ ਗੁਣ ਜਾਨ ਨਿਧਾਨ, ਕਿ ਧਰਮ ਦੇ ਸ਼ੁਭ ਗੁਣ, ਸ਼ੁਭ ਗੁਣਾਂ ਦੀ ਲਖਤਾ ਭਾਵ ਕੇ ਅਮਲ, ਜਿਹੜਾ ਜੀਵ ਦੇ ਕੀਤੇ ਹੋਏ ਆਪਣੇ ਕਰਮ ਦੇ ਨਾਲ ਨਹੀਂ ਜੀਵਨ ਦੇ ਵਿੱਚ ਵਸਦਾ, ਜਦੋਂ ਗੁਰੂ ਬਚਨਾਂ ਨੂੰ ਦ੍ਰਿੜ ਕਰਕੇ ਗੁਰੂ ਸ਼ਬਦ ਦਾ ਆਧਾਰ ਬਣਾ ਲਈਏ ਤਾਂ ਉਹ ਸ਼ੁਭ ਗੁਣ ਕਦੋਂ ਜੀਵਨ ਦੇ ਵਿੱਚ ਆ ਕੇ ਸਮਾ ਜਾਂਦੇ ਹਨ, ਕਦੋਂ ਕਠੋਰ ਹਿਰਦਾ ਦਇਆ ਦੇ ਨਾਲ ਦਰਵ ਜਾਂਦਾ ਹੈ, ਕਦੋਂ ਜੀਵਨ ਦੇ ਵਿੱਚ ਖਿਮਾ ਦਾ ਗੁਣ ਪ੍ਰਫੁੱਲਤ ਹੋ ਜਾਂਦਾ ਹੈ, ਅਤੇ ਕਦੋਂ ਜਿਹੜਾ ਮਨ ਸੰਸਾਰ ਦੀ ਤਰਫੋਂ ਵਾਸਨਾ ਤ੍ਰਿਸ਼ਨਾ ਤੋਂ ਹਟ ਕੇ ਕੇਵਲ ਗੁਰੂ ਦੇ ਸ਼ਬਦ ਵੱਲ ਜੁੜ ਜਾਂਦਾ ਹੈ। ਉਦੋਂ ਪਤਾ ਲੱਗਦਾ ਕਿ ਗੁਰੂ ਸਰੂਪ ਦੀ ਬਖਸ਼ਿਸ਼ ਗੁਰੂ ਦੇ ਨਾਮ ਸਿਮਰਨ ਨਾਲ ਹੋਈ ਹੈ। ਫੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ, ਸੰਤ ਗੁਰ ਸਿੱਖ ਤਰੋ, ਨਾਮ ਸੱਚ ਰੰਗ ਸਰ। ਤਾਂ ਭੱਟ ਸਾਹਿਬ ਦੀ ਬਖਸ਼ਿਸ਼ ਕਰਦੇ ਹਨ। ਉਸ ਤੋਂ ਬਾਅਦ ਗੁਰੂ ਸਤਨਾਮ ਰੂਪ ਜਲ ਦਾ ਤਲਾਅ ਹੈ। ਸਤਨਾਮ ਦਾ ਭਾਵ ਕਿ ਜਦੋਂ ਅਸੀਂ ਗੁਰੂ ਸਰੂਪ ਨੂੰ ਆਰਾਧਦੇ ਹਾਂ ਅਤੇ ਸਾਨੂੰ ਗੁਰੂ ਦੀ ਯਾਦ ਵਿੱਚ ਜੁੜਿਆ ਫਿਰ ਐਸੇ ਵੀ ਅਨੁਭਵ ਹੁੰਦੇ ਹਨ ਕਿ ਆਪਣੀ ਅਮਰਤਾ ਦਾ ਪਤਾ ਲੱਗਦਾ ਹੈ। ਅਮਰਤਾ ਦਾ ਭਾਵ ਕਿ ਉਂਝ ਸਾਨੂੰ ਹੁਣ ਆਮ ਜਦੋਂ ਤੱਕ ਅਸੀਂ ਦੇਹੀ ਤਲ 'ਤੇ ਜਿਉਂ ਰਹੇ ਹਾਂ, ਸਾਨੂੰ ਹਰਦਮ ਸੋਚੀ ਰਹਿੰਦੀ ਹੈ ਕਿ ਪ੍ਰਾਣ ਘਟਣ ਦੇ ਨਾਲ ਆਖਰ ਇੱਕ ਉਹ ਪ੍ਰਾਣ ਆਵੇਗਾ ਜਦੋਂ ਜੀਵਨ ਸਮਾਪਤ ਹੋ ਜਾਵੇਗਾ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਗੁਰੂ ਸਤਨਾਮ ਦਾ ਤਲਾਅ ਹੈ, ਭਾਵ ਕਿ ਗੁਰੂ ਦਾ ਨਾਮ ਆਰਾਧਨ ਦੇ ਨਾਲ ਸਤ ਸਰੂਪ ਦੇ ਤਲਾਅ ਵਿੱਚ ਇਸ਼ਨਾਨ ਹੋ ਜਾਂਦਾ ਹੈ ਅਤੇ ਜੀਵ ਨੂੰ ਆਪਣਾ ਆਪ ਅਮਰ ਅਜਰ ਲੱਗਣ ਲੱਗ ਪੈਂਦਾ ਹੈ, ਅਕਾਲ ਲੱਗਣ ਲੱਗ ਪੈਂਦਾ ਹੈ। ਸੰਤ ਗੁਰ ਸਿੱਖ ਤਰਹੁ, ਨਾਮ ਸੱਚ ਰੰਗ ਸਰ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਗੁਰੂ ਸ਼ਬਦ ਦੀ ਸਾਧਨਾ ਪੂਰੀ ਤਰ੍ਹਾਂ ਪ੍ਰੇਮ ਰੰਗ ਦੇ ਵਿੱਚ ਦ੍ਰਿੜ ਹੋ ਕੇ ਕਰੋ, ਤਾਂ ਕਿ ਸਾਡਾ ਐਸਾ ਗੁਰੂ ਦੇ ਸਤਨਾਮ ਸਰੋਵਰ ਦੇ ਵਿੱਚ ਇਸ਼ਨਾਨ ਹੋ ਜਾਵੇ ਕਿ ਸਦੀਵੀ ਤੌਰ 'ਤੇ ਅੰਮ੍ਰਿਤਾ ਦਾ, ਪਵਿੱਤਰਤਾ ਦਾ ਰੰਗ ਚੜ੍ਹ ਜਾਵੇ। ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ। ਅਤੇ ਆਖਦੇ ਹਨ ਗੁਰੂ ਨੂੰ ਗੁਰੂ ਜਿਵੇਂ ਅਕਾਲ ਪੁਰਖ ਸਰੂਪ ਨੂੰ ਆਰਾਧ ਕੇ ਨਿਰਭਉ ਅਤੇ ਨਿਰਵੈਰ ਗੁਣਾਂ ਵਾਲਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਜੋ ਨਿਰੰਕਾਰ ਸਰੂਪ ਹੈ ਉਹਦੇ ਨਿਰਭਉ ਅਤੇ ਨਿਰਵੈਰ ਗੁਣਾਂ ਦਾ ਧਿਆਨ ਧਰ ਕੇ ਪ੍ਰੇਮ ਦੇ ਨਾਲ ਗੁਰੂ ਸ਼ਬਦ ਦਾ ਜਪ ਕਰੋ ਅਤੇ ਇਹਨੂੰ ਭਗਤੀ ਦੇ ਵਿੱਚ ਪ੍ਰਵਿਰਤ ਕਰ ਲਓ। ਹੁਣ ਦੋ ਤਰੀਕਿਆਂ ਨਾਲ ਕਰਮ ਹੁੰਦਾ, ਇੱਕ ਹੁੰਦਾ ਸਾਧਨਾ, ਜਿਵੇਂ ਗੁਰੂ ਸ਼ਬਦ ਦਾ ਅਸੀਂ ਜਪ ਕਰਦੇ ਹਾਂ ਕੁਝ ਘੜੀਆਂ ਜਿਹੜੀ ਹੈ ਸਾਧਨਾ ਹੈ। ਪਰ ਭਗਤੀ ਕੀ ਹੈ ਕਿ ਜਦੋਂ ਇਹ ਸਾਧਨਾ ਸਾਰੇ ਜੀਵਨ ਦੇ ਵਿੱਚ ਹੀ ਸਫੁਰ ਹੋ ਜਾਵੇ, ਕਿ ਜਦੋਂ ਅਸੀਂ ਸਾਧਨਾ ਕਰਦੇ ਹਾਂ ਆਪਣੀ ਬੁੱਧੀ ਅੰਦਰ ਇੱਕ ਸੰਕਲਪ ਧਾਰਦੇ ਹਾਂ ਕਿ ਇਤਨਾ ਸਮਾਂ ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਪਰ ਉਸ ਬਾਣੀ ਪੜ੍ਹਨ ਦਾ, ਸਿਮਰ ਕਰਨ ਦਾ ਰਸ ਅਤੇ ਤਾਲਮੇਲ ਸੁਰਤ ਦੇ ਨਾਲ ਇੰਨਾ ਵੱਧ ਜਾਵੇ ਕਿ ਸਾਰਾ ਦਿਨ ਉਹਦੀ ਜਿਹੜੀ ਸਾਧਨਾ, ਉਹਦਾ ਧਿਆਨ, ਉਹਦਾ ਅਭਿਆਸ ਚਾਹੁੰਦਿਆਂ ਹੋਇਆਂ ਵੀ ਸਾਡੇ ਤੋਂ ਨਾ ਵਿਸਰੇ, ਤਾਂ ਇਹਨੂੰ ਦ੍ਰਿੜ ਭਗਤ ਆਖਦੇ ਹਨ। ਅਤੇ ਭੱਟ ਸਾਹਿਬਾਨ ਆਖਦੇ ਹਨ ਗੁਰੂ ਦੇ ਨਿਰਭਉ ਨਿਰਵੈਰ ਨਿਰੰਕਾਰ ਸਰੂਪ ਦਾ ਧਿਆਨ ਗੁਰੂ ਸ਼ਬਦ ਦੇ ਪ੍ਰੇਮ ਵਿੱਚ ਰਹਿ ਕੇ ਕਰੋ। ਜਦ ਇਸ ਤਰ੍ਹਾਂ ਦੀ ਭਗਤੀ ਦ੍ਰਿੜ ਹੋਵੇਗੀ, ਮੁਗਧ ਮਨ ਭ੍ਰਮ ਤਜਹੋ, ਨਾਮ ਗੁਰਮੁਖ ਭਜਹੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਇਸ ਕਰਕੇ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ ਅੰਤਿਮ ਪੰਕਤੀ ਵਿੱਚ ਕਿ ਹੇ ਮੂਰਖ ਮਨ ਭਰਮ ਛੱਡ ਦੇ। ਭਰਮ ਛੱਡਣ ਦਾ ਭਾਵ ਕੀ ਹੈ ਕਿ ਮਨ ਨੂੰ ਇਹ ਭਰਮ ਰਹਿੰਦਾ ਹੈ ਕਿ ਕਿੰਨੇ ਦਿਨ ਹੋ ਗਏ ਸਿਫਤ ਸਲਾਹ ਦੇ ਮਾਰਗ 'ਤੇ ਚੱਲਦਿਆਂ ਨੂੰ, ਪਰ ਅੰਦਰ ਰਸ ਨਹੀਂ ਪੈਦਾ ਹੋ ਰਿਹਾ। ਇਹਦਾ ਮਤਲਬ ਸਾਡੀ ਅਜੇ ਕਿਤੇ ਬਾਤ ਸੁਣੀ ਨਹੀਂ ਜਾ ਰਹੀ। ਫਿਰ ਮਨ ਦੇ ਵਿੱਚ ਇਹ ਸ਼ੰਕਾ ਰਹਿੰਦਾ ਹੈ ਕਿ ਜੀਵ ਜਿਹੜਾ ਹੈ ਕਿਸੇ ਦੇ ਨਾਮ ਦੀ ਆਰਾਧਨਾ ਨਾਲ ਪਵਿੱਤਰ ਕਿਵੇਂ ਹੋ ਸਕਦਾ ਹੈ। ਤਾਂ ਭੱਟ ਸਾਹਿਬਾਨ ਆਖਦੇ ਹਨ, ਹੇ ਮੂਰਖ ਮਨ, ਸਾਰੇ ਤਰ੍ਹਾਂ ਦੇ ਭਰਮ ਛੱਡ ਕੇ
ਉਸ ਤਰੀਕੇ ਦੇ ਨਾਮ ਨਾਲ ਦ੍ਰਿੜ ਕਰ ਨਾਮ ਨੂੰ, ਜਿਵੇਂ ਗੁਰਸਿੱਖ ਨਾਮ ਦੀ ਆਰਾਧਨਾ ਕਰਦੇ ਹਨ। ਇਸ ਕਰਕੇ ਗੁਰੂ ਗੁਰ ਕਿ ਸਦਾ ਆਪਣੀ ਜ਼ੁਬਾਨ ਤੋਂ ਗੁਰੂ ਗੁਰੂ ਸ਼ਬਦ ਦੀ ਆਰਾਧਨਾ ਕਰਦੇ ਰਹੋ। ਗੁਰੂ ਗੁਰ ਕਰਹੁ ਗੁਰੂ ਹਰਿ ਪਾਈਐ। ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ। ਪਹਿਲੇ ਸਵਈਏ ਇਸ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਹਰ ਪ੍ਰਾਣ ਦੇ ਨਾਲ ਗੁਰੂ ਦਾ ਜਪ ਕਰੋ। ਫਿਰ ਜ਼ਿਕਰ ਕੀਤਾ ਸੀ ਕਿ ਜਦੋਂ ਜਪ ਕਰਦੇ ਆ ਸ਼ੰਕੇ ਫੁਰਦੇ ਹਨ। ਇਸ ਕਰਕੇ ਗੁਰੂ ਨੂੰ ਸਤ ਸਰੂਪ ਜਾਣ ਕੇ ਉਹਦੇ ਸ਼ਬਦ ਦਾ ਸਿਮਰਨ ਕਰੋ। ਹੁਣ ਭੱਟ ਸਾਹਿਬਾਨ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਗੁਰ ਕਰਦਿਆਂ ਸਿਖਰ ਵਾਲੀ ਅਵਸਥਾ ਕੀ ਹੁੰਦੀ ਹੈ। ਭਾਵ ਕਿ ਜਿਹੜਾ ਸਦਾ ਗੁਰੂ ਸ਼ਬਦ ਦੇ ਧਿਆਨ ਵਿੱਚ ਜੁੜ ਗਿਆ ਹੈ ਉਹ ਕਿਹੜੀ ਰਹਿਮਤ ਸਰੂਪ ਨੂੰ ਪ੍ਰਾਪਤ ਕਰਦਾ ਹੈ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਗੁਰੂ ਗੁਰ ਕਰਹੁ ਗੁਰੂ ਹਰਿ ਪਾਈਐ। ਸਾਡੇ ਜੀਵਨ ਦੇ ਵਿੱਚ 3 ਭੇਦ ਹਨ। 3 ਭੇਦਾਂ ਦਾ ਭਾਵ ਸਭ ਤੋਂ ਪਹਿਲਾਂ ਅਸੀਂ ਇਸ ਸਰੀਰ ਦੀ ਕੈਦ ਵਿੱਚ ਹਾਂ। ਭਾਵ ਕਿ ਜੋ ਸਾਡਾ ਜੋਤ ਸਰੂਪ ਹੈ ਉਹਦਾ ਸਾਨੂੰ ਪਤਾ ਨਹੀਂ ਲੱਗਦਾ, ਪਰ ਸਾਨੂੰ ਸਰੀਰ ਦਾ ਪਤਾ ਲੱਗਦਾ ਹੈ। ਸਰੀਰ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਮਨ ਦੀ ਜਿਹੜੀ ਭਟਕਣ ਦੇ ਵਿੱਚ ਪਏ ਹੋਏ ਹਾਂ, ਅਤੇ ਮਨ ਦੀ ਭਟਕਣ ਕਰਕੇ ਸਾਨੂੰ ਨਹੀਂ ਪਤਾ ਲੱਗਦਾ ਸੀ ਅਸੀਂ ਨਿਰੰਕਾਰ ਰੂਪ ਹਾਂ। ਸਾਡੀ ਜੋਤ ਅਮਰ ਅਬਿਨਾਸ਼ੀ ਹੈ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਗੁਰੂ ਗੁਰ ਕਰਹੁ ਕਿ ਜਦੋਂ ਗੁਰੂ ਸ਼ਬਦ ਦੀ ਆਰਾਧਨਾ ਕਰਦੇ ਹਾਂ ਤਾਂ ਫਿਰ ਜੀਵਨ ਦੇ ਅੰਦਰ ਗੁਰ ਕਰਹੁ ਐਸਾ ਪਰਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਹਰਿ ਪਾਈਐ। ਅਤੇ ਫਿਰ ਜਿਵੇਂ ਗੁਰੂ ਨੂੰ ਅਮਰ ਅਬਿਨਾਸ਼ੀ ਕਿਹਾ ਜਾਂਦਾ ਹੈ, ਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਗੁਰੂ ਦੇ ਵਿੱਚ ਹੀ ਜੀਵ ਅਭੇਦ ਹੋ ਜਾਂਦੇ ਹਨ। ਉਦਿਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਣ ਮਿਲਤ ਲਿਵ ਲਾਈਐ। ਤਾਂ ਕਹਿੰਦੇ ਸਤਿਗੁਰੂ ਗਿਆਨ ਦਾ ਅਥਾਹ ਸਮੁੰਦਰ ਹੈ। ਉਦਿਤ ਗੁਰ ਗਹਿਰ ਗੰਭੀਰ। ਇਸ ਕਰਕੇ ਭੱਟ ਸਾਹਿਬਾਨਾਂ ਨੇ ਜਦੋਂ ਕਿਹਾ ਹੈ ਸਤਿਗੁਰੂ ਸਾਹਿਬ ਜੀ ਤੁਸੀਂ ਸਤਿਯੁਗ ਦੇ ਵਿੱਚ ਵੀ ਵਿਆਪਕ ਹੋ, ਜਲ ਥਲ ਦੇ ਵਿੱਚ ਵੀ ਵਿਆਪਕ ਹੋ, ਅਤੇ ਉਹਦਾ ਭਾਵ ਇਹੀ ਹੈ ਕਿ ਜੋ ਸਤਿਗੁਰੂ ਦੇ ਸਰੂਪ ਦਾ ਪਰਮ ਪ੍ਰਕਾਸ਼ ਹੈ, ਭੱਟ ਸਾਹਿਬਾਨਾਂ ਨੇ ਉਹਨੂੰ ਜਾਣ ਲਿਆ। ਅਤੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਉਦਿਤ ਗੁਰ ਗਹਿਰ ਗੰਭੀਰ। ਗੁਰੂ ਅਥਾਹ ਗਿਆਨ ਦਾ ਸੋਮਾ ਹੈ ਅਤੇ ਉਹਦੇ ਬੇਅੰਤ, ਉਹਦਾ ਨਾਮ ਵੀ ਬੇਅੰਤ ਹੈ। ਜਿਹੜੇ ਉਹਦੇ ਧਿਆਨ ਸਰੂਪ ਦੀ ਸਿਫਤ ਵਿੱਚ ਜੁੜ ਜਾਂਦੇ ਹਨ ਅਤੇ ਸੰਸਾਰ ਦੇ ਵਿੱਚ ਜਿਹੜੇ ਪ੍ਰਮੁੱਖ ਰਤਨ ਮੰਨੇ ਜਾਂਦੇ ਹਨ, ਨਾਮ ਨਗ, ਕਹਿੰਦੇ ਐਸਾ ਨਾਮ ਹਿਰਦੇ ਅੰਦਰ ਧਾਰਨ ਹੋ ਜਾਂਦਾ ਹੈ। ਫਿਰ ਜੀਵ ਆਪਣੇ ਆਪ ਨੂੰ ਬੇਸ਼ਕੀਮਤੀ ਸਮਝਦਾ ਹੈ। ਨਹੀਂ ਤਾਂ ਵਿਕਾਰਾਂ ਹੱਥੋਂ ਠੱਗੇ ਜਾਣ ਵਾਲੇ ਜੀਵ ਹਲਕੇ ਹੋ ਜਾਂਦੇ ਹਨ, ਪਰ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਫਿਰ ਉਹਨਾਂ ਦੀ ਜੀਵਨ ਅਵਸਥਾ ਕੀ ਹੁੰਦੀ ਹੈ, ਨਾ ਉਹ ਮਰੇ ਨਾ ਠਾਗਿਆ ਜਾਹੇ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਸ਼ਬਦ ਦੀ ਆਰਾਧਨਾ ਦੇ ਨਾਲ ਜੀਵਨ ਦੇ ਅੰਦਰ ਹਰੀ ਨਾਮ ਦੇ ਨਗ ਹੀਰੇ ਜਿਹੜੇ ਹਨ ਮਣ ਬੜੀ ਵੱਡੀ ਮਾਤਰਾ ਦੇ ਵਿੱਚ ਮਿਲਦੇ ਹਨ। ਜਦੋਂ ਲਿਵ ਇਕਾਗਰ ਕਰਦੇ ਹਨ, ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ। ਤਾਂ ਗੁਰੂ ਐਸਾ ਸੁਗੰਧੀ ਦਾ ਦੇਣ ਵਾਲਾ ਹੈ ਕਿ ਜਿਵੇਂ ਚੰਦਨ ਦੂਜਿਆਂ ਨੂੰ ਸੁਗੰਧੀ ਦੇ ਕੇ ਖੁਸ਼ਬੂਦਾਰ ਕਰ ਦਿੰਦਾ ਹੈ, ਜਿਵੇਂ ਪਾਰਸ ਦੂਜਿਆਂ ਨੂੰ ਕੰਚਨ ਕਰ ਦਿੰਦਾ ਹੈ, ਅਤੇ ਇਸੇ ਤਰ੍ਹਾਂ ਗੁਰੂ ਸ਼ਬਦ ਦਾ ਧਿਆਨ ਗੁਰਸਿੱਖ ਦੇ ਅੰਦਰੋਂ ਦੁਰਮਤ ਦੀ ਮੈਲ ਦੂਰ ਕਰਕੇ ਭਗਤੀ ਦੀ ਸੁਗੰਧੀ ਪੈਦਾ ਕਰ ਦਿੰਦਾ ਹੈ, ਅਤੇ ਸ਼ੁਭ ਗੁਣਾਂ ਨੂੰ ਪੈਦਾ ਕਰਕੇ ਕੰਚਨ ਵਰਗਾ ਜੀਵਨ ਬਣਾ ਦਿੰਦਾ ਹੈ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਦਰਬਾਰ, ਜਿਹਦੇ ਆਲੇ ਦੁਆਲੇ ਅੰਮ੍ਰਿਤ ਸਰੋਵਰ ਬਣਿਆ ਹੋਇਆ ਹੈ, ਅਤੇ ਇਸ ਅੰਮ੍ਰਿਤ ਸਰੋਵਰ ਦੇ ਮੱਧ ਵਿੱਚ ਕਹਿੰਦੇ ਇੱਕ ਹੋਰ ਸਰੋਵਰ ਹੈ ਜਿੱਥੋਂ ਸਦਾ ਕੀਰਤਨ ਦਾ ਅੰਮ੍ਰਿਤ ਪ੍ਰਵਾਹ ਚੱਲਦਾ ਹੈ, ਅਤੇ ਜਿਹੜੇ ਕੀਰਤਨ ਦੀ ਧਾਰਾ ਦੇ ਵਿੱਚ ਜੁੜ ਜਾਂਦੇ ਹਨ ਉਹਨਾਂ ਨੂੰ ਫਿਰ ਗੁਰੂ ਕੇ ਅੰਤਰੀਵ ਪਵਿੱਤਰ ਰੂਪ ਦੇ ਵਿੱਚ ਇਸ਼ਨਾਨ ਹੁੰਦਾ ਹੈ, ਅਤੇ ਸੰਤ ਜਨ ਉੱਥੇ ਇਸ਼ਨਾਨ ਕਰਦੇ ਹਨ। ਇਹਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਗੁਰੂ ਸਰੂਪ ਦੇ ਭੇਦ ਨੂੰ ਜਾਣਿਆ ਹੈ, ਉਹਨਾਂ ਨੇ ਗੁਰੂ ਦੇ ਉਸ ਸਰੂਪ ਨੂੰ ਜਾਣ ਕੇ ਸਾਧਨਾ ਕੀਤੀ ਹੈ
ਜਿੱਥੇ ਜਾ ਕੇ ਨਾਮ ਦਾ ਰੰਗ ਚੜ੍ਹਦਾ। ਹੁਣ ਅਸੀਂ ਗੁਰੂ ਨੂੰ ਕੇਵਲ ਸਰਗੁਣ ਰੂਪ ਤੱਕ ਆਰਾਧਦੇ ਹਾਂ। ਕਦੇ ਸਾਡੇ ਹਿਰਦੇ ਅੰਦਰ ਇਸ ਤਰ੍ਹਾਂ ਦੀ ਜਗਿਆਸਾ ਨਹੀਂ ਪੈਦਾ ਹੁੰਦੀ ਕਿ ਗੁਰੂ ਦਾ ਕੋਈ ਰੂਪ, ਜਿਵੇਂ ਗੁਰੂ ਨੂੰ ਗੁਰੂ ਦੇ ਕੀਰਤਨ ਦੇ ਵਿੱਚ ਅੰਮ੍ਰਿਤ ਵਾਂਗ, ਸਰੋਵਰ ਵਾਂਗ ਇਸ਼ਨਾਨ ਕੀਤਾ ਜਾ ਸਕਦਾ ਕਿ ਨਹੀਂ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਦੁਆਰ ਤੋਂ ਸਦ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਅਤੇ ਸੰਤ ਜਨ ਉਹਦੇ ਵਿੱਚ ਇਸ਼ਨਾਨ ਕਰਦੇ ਹਨ। ਨਾਮ ਨਿਰਵਾਣ ਨਿਧਾਨ ਹਰ ਔਰ ਧਰਹੁ ਗੁਰੂ ਗੁਰ, ਗੁਰ ਕਰਹੁ ਗੁਰੂ ਹਰਿ ਪਾਈਐ। ਤਾਂ ਕਹਿੰਦੇ ਨਾਮ ਨਿਰਵਾਣ ਭਾਵ ਜਿਹੜਾ ਵਾਸਨਾ ਤੋਂ ਰਹਿਤ ਕਰਦਾ ਹੈ, ਨਿਧਾਨ ਭਾਵ ਗੁਣਾਂ ਦਾ ਖਜ਼ਾਨਾ ਕਹਿੰਦੇ ਆਪਣੇ ਹਿਰਦੇ ਅੰਦਰ ਧਾਰਨ ਕਰੋ, ਅਤੇ ਇਹ ਤਾਂ ਹੋਏਗਾ ਗੁਰੂ ਗੁਰ, ਗੁਰ ਕਰਹੁ ਗੁਰੂ ਹਰਿ ਪਾਈਏ। ਜਦੋਂ ਜੀਵ ਗੁਰੂ ਨਾਮ ਦੀ ਆਰਾਧਨਾ ਕਰਦਿਆਂ ਗੁਰੂ ਵਿੱਚ ਹੀ ਅਭੇਦ ਹੋ ਜਾਵੇਗਾ। ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਮਨ ਰੇ। ਤਾਂ ਹੁਣ ਅੰਤਮ ਦੇ ਵਿੱਚ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਜਪਿਆ, ਹੁਣ ਜੀਵਨ ਦੇ ਵਿੱਚ ਸਾਨੂੰ ਇਹ ਨੁਕਤੇ ਬਹੁਤੇ ਸਮਝ ਨਹੀਂ ਆਉਣਗੇ, ਕਿਉਂਕਿ ਅਸੀਂ ਬਾਣੀ ਪੜ੍ਹਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਜਿਹੜੇ ਬਾਣੀ ਪੜ੍ਹਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਉਹ ਜੀਵਨ ਦੇ ਵਿੱਚ ਕਦੇ ਗੁਰੂ ਦੇ ਅਗੰਮ ਸਰੂਪ ਨੂੰ ਨਹੀਂ ਬੁੱਝ ਸਕਦੇ, ਕਿਉਂਕਿ ਜਿਹੜੀ ਪੜ੍ਹਨ ਵਾਲੀ ਸੁਰਤ ਹੈ ਉਹਦੇ ਵਿੱਚ ਕਈ ਵਾਰੀ ਰਸ ਨਹੀਂ ਵਾਪਰਦਾ, ਉਹਦੇ ਅੰਦਰ ਚਿੰਤਨ ਵੀ ਨਹੀਂ ਚੱਲਦਾ। ਜਿਵੇਂ ਅਸੀਂ ਕੁਦਰਤੀ ਬਾਣੀ ਪੜ੍ਹਦੇ ਹਾਂ, ਹੁਣ ਬਾਣੀ ਦੇ ਅੰਦਰ ਜਪਜੀ ਸਾਹਿਬ ਦੇ ਅੰਦਰ ਇੱਕ ਵਾਕ ਆਉਂਦਾ ਹੈ, ਅੰਤਰਗਤ ਤੀਰਥ ਮਲ ਨਾਓ। ਹੁਣ ਜਿਹੜਾ ਤਾਂ ਇਹਦਾ ਕੇਵਲ ਪੜ੍ਹਤ ਅਨੁਭਵ ਰੱਖੇਗਾ ਉਹ ਕਦੇ ਨਹੀਂ ਜਾਣ ਸਕੇਗਾ ਕਿ ਆਪਣੇ ਅੰਦਰੋਂ ਹੀ ਇਸ਼ਨਾਨ ਕਿਵੇਂ ਕੀਤਾ ਜਾਂਦਾ ਹੈ। ਪਰ ਪੜ੍ਹਨ ਦੇ ਵਿੱਚ ਪਏ ਹੋਏ ਇਸ ਕਰਕੇ ਸਾਨੂੰ ਹੁਣ ਜਿਹੜਾ ਭੱਟ ਸਾਹਿਬਾਨ ਇਕੱਲਾ ਗੁਰੂ ਸ਼ਬਦ 'ਤੇ ਹੀ ਆ ਗਏ ਹਨ। ਸਾਨੂੰ ਲੱਗਦਾ ਇੰਨੀ ਬਾਣੀ ਪੜ੍ਹਾਂਗੇ, ਪੂਰਾ ਸਹਿਜ ਪਾਠ ਕਰਾਂਗੇ, ਕਈ ਘੰਟਿਆਂ ਦੀ ਸਾਧਨਾ ਕਰਾਂਗੇ, ਫਿਰ ਸਾਡੇ ਜੀਵਨ 'ਚ ਕੋਈ ਕਿਰਪਾ ਹੋਏਗੀ। ਭੱਟ ਸਾਹਿਬਾਨਾਂ ਨੇ ਗੁਰੂ ਦੀ ਰਹਿਮਤ ਨੂੰ, ਗੁਰੂ ਦਾ ਨਾਮ ਤਾਂ ਕੀ, ਗੁਰੂ ਸ਼ਬਦ ਦੇ ਵਿੱਚ ਹੀ ਸੰਪੂਰਨ ਜਾਣ ਲਿਆ ਹੈ। ਗੁਰੂ ਸ਼ਬਦ ਦੇ ਵਿੱਚ ਸੰਪੂਰਨ ਜਾਣਨ ਦਾ ਮਤਲਬ ਹੈ ਕਿ ਭੱਟ ਸਾਹਿਬਾਨ ਨੇ ਅਰਜ਼ ਕਰ ਰਹੇ ਹਨ ਕਿ ਅਗਰ ਆਪਣੇ ਨਾਮ ਮੁਖ ਤੋਂ ਗੁਰੂ ਰਾਮਦਾਸ ਇਹ ਸ਼ਬਦ, ਇੰਨਾ ਸ਼ਬਦ ਵੀ ਕਹਿ ਦੇਵਾਂਗੇ ਅਤੇ ਇਹਦਾ ਵੀ ਬਾਰ-ਬਾਰ ਜਪ ਕਰਦੇ ਰਹਾਂਗੇ ਤਾਂ ਵੀ ਗੁਰੂ ਕੀ ਸਾਰੀ ਰਹਿਮਤ ਸਾਡੇ ਉੱਪਰ ਨਾਜ਼ਲ ਹੋ ਜਾਵੇਗੀ। ਇਸ ਕਰਕੇ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ, ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਮਨ ਰੇ। ਭਾਵ ਕਿ ਇਹਦੇ ਵਿੱਚ 3 ਜੁਗਤੀਆਂ ਚੱਲਦੀਆਂ ਹਨ। ਇੱਕ ਸਿਮਰਨ ਹੈ ਜਿਹੜਾ ਸਾਡੇ ਤਰਫੋਂ ਹੁੰਦਾ ਹੈ, ਦੂਜਾ ਸਿਮਰਨ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਅਤੇ ਫਿਰ ਆਪੇ ਹੀ ਹਿਰਦੇ ਵਿੱਚ ਗੁਰੂ ਦੇ ਸ਼ੁਭ ਗੁਣਾਂ ਦਾ ਪ੍ਰਕਾਸ਼ ਹੋਈ ਜਾਂਦਾ ਹੈ ਅਤੇ ਸਾਡੀ ਸੁਰਤ ਬਾਰ-ਬਾਰ ਉਸ ਨਾਮ ਨੂੰ ਆਰਾਧਨ ਲੱਗ ਪੈਂਦੀ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ, ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਮਨ ਰੇ, ਕਿ ਗੁਰੂ ਨੂੰ ਸਤ ਸਰੂਪ ਮੰਨ ਕੇ ਸਦਾ ਗੁਰੂ ਨਾਮ ਦੀ ਆਰਾਧਨਾ ਕਰੋ। ਜਾ ਕੀ ਸੇਵ ਸਿਵ ਸਿੱਧ ਸਾਧਕ, ਸੁਰ ਆਸੁਰ ਗਣ ਤਰਹਿ 33 ਗੁਰ ਬਚਨ ਸੁਣ ਕੰਨ ਰੇ। ਅਤੇ ਆਖਦੇ ਹਨ ਜਿਨ੍ਹਾਂ ਦੀ ਸੇਵ ਦੇ ਨਾਲ, ਸ਼ਿਵ ਭਾਵ ਸ਼ਿਵ ਵਰਗੇ ਦੇਵਤੇ, ਸਿੱਧ ਜੋਗੀ ਲੋਕ, ਸਾਧਕ ਜਿਹੜੇ ਵੱਡੀ ਸਾਧਨਾ ਕਰਨ ਵਾਲੇ ਹਨ, ਸੁਰ ਦੇਵਤੇ, ਅਸੁਰ ਰਾਖਸ਼ ਆਦਿਕ ਗਣ ਭਾਵ ਜਿਹੜੇ ਸ਼ਿਵ ਜੀ ਦੇ ਚੇਲੇ ਮੰਨੇ ਜਾਂਦੇ ਹਨ, ਭ੍ਰਿੰਗੀ ਬੀਰ ਨੰਦੀ ਆਦਿਕ, ਕਹਿੰਦੇ ਇਹ ਸਾਰੇ 33 ਕਰੋੜ ਦੇਵਤੇ ਜਿਸ ਨਾਮ ਦੀ ਆਰਾਧਨਾ ਕਰਕੇ ਤਰ ਜਾਂਦੇ ਹਨ, ਇਹਨਾਂ ਨੇ ਗੁਰੂ ਦਾ ਬਚਨ ਪਹਿਲਾਂ ਕੰਨ ਦੇ ਕੇ ਸੁਣਿਆ ਸੀ, ਭਾਵ ਕਿ ਗੁਰੂ ਦੇ ਸ਼ਬਦ ਨੂੰ ਸੁਣ ਕੇ ਹਿਰਦੇ ਅੰਦਰ ਵਸਾਇਆ ਸੀ। ਫੁਨ ਤਰਹਿ ਤੇ ਸੰਤ ਹਿਤ, ਭਗਤ ਗੁਰ ਗੁਰ ਕਰਹਿ ਤਰਿਓ, ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ। ਤਾਂ ਕਹਿੰਦੇ ਇਸੇ ਗੁਣ ਦੇ ਪ੍ਰਕਾਸ਼ ਸਦਕਾ ਸਮੁੱਚੇ ਭਗਤ ਜਨਾਂ ਨੂੰ ਪਰਮੇਸ਼ਰ ਦੇ ਸਤ ਸਰੂਪ ਦੀ ਪ੍ਰਾਪਤੀ ਹੋਈ ਸੀ। ਜਿਵੇਂ ਭਗਤ ਕਬੀਰ ਸਾਹਿਬ ਜੀ ਸੀ, ਜਦੋਂ ਪਹਿਲੀ ਦਫਾ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਜਦੋਂ ਉਪਦੇਸ਼ ਪ੍ਰਾਪਤ ਕੀਤਾ ਤਾਂ ਉਹਨਾਂ ਨੂੰ ਕੇਵਲ ਰਾਮ ਸ਼ਬਦ ਦਾ ਉਪਦੇਸ਼ ਮਿਲਿਆ ਸੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਜਿਤਨੇ ਸੰਤ ਜਨ ਹਨ ਉਹਨਾਂ ਨੇ ਇਸੇ ਗੁਰਨਾਮ ਦੇ ਸਰੂਪ ਨੂੰ ਆਰਾਧ ਕੇ ਭਗਤੀ ਕੀਤੀ ਸੀ, ਅਤੇ ਪ੍ਰਹਿਲਾਦ ਭਗਤ ਵਰਗੇ ਵੀ
ਉਸੇ ਹੀ ਗੁਰੂ ਸਰੂਪ ਨੂੰ ਆਰਾਧ ਕੇ ਮੁਕਤ ਹੋਏ ਹਨ। ਤਰਹਿ ਨਾਰ ਦਾਦ ਸਨਕਾਦ ਹਰ ਗੁਰਮੁਖ ਹੈ ਤਰਹਿ, ਇੱਕ ਨਾਮ ਲਗ ਤਜਹੋ ਰਸ ਆਨਰੇ। ਤੇ ਨਾਰਦ ਤੇ ਬ੍ਰਹਮਾ ਦੇ ਚਾਰ ਪੁੱਤਰ ਸਨਕ, ਸਨੰਦਨ, ਸਨਾਤਨ ਕੁਮਾਰ ਕਹਿੰਦੇ ਇਹ ਵੀ ਗੁਰਮੁਖ ਹੋ ਕੇ ਤਰ ਗਏ, ਭਾਵ ਕਿ ਇਹਨਾਂ ਨੇ ਗੁਰੂ ਸ਼ਬਦ ਦਾ ਧਿਆਨ ਧਰਿਆ। ਇਸ ਕਰਕੇ ਮਨ ਦੀ ਆਰਾਧਨਾ ਕਰਦਿਆਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਤਜਹੋ ਰਸ ਆਨਰੇ, ਹੋਰ ਸਾਰੇ ਰਸਾਂ ਨੂੰ ਛੱਡ ਕੇ ਗੁਰੂ ਦੇ ਨਾਮ ਦੀ ਆਰਾਧਨਾ ਦੇ ਵਿੱਚੋਂ ਅੰਮ੍ਰਿਤ ਰਸ ਦਾ ਅਨੁਭਵ ਕਰੋ। ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਭੱਟ ਸਾਹਿਬਾਨ ਜੀ ਬੇਨਤੀ ਕਰਦੇ ਹਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ, ਆਪ ਜੀ ਦੇ ਅਗੰਮ ਸਰੂਪ ਦੀ ਕਿਰਪਾ ਹੋਵੇ ਤੇ ਸਾਨੂੰ ਗੁਰਮੁਖਤਾ ਕਰਕੇ ਨਾਮ ਮਿਲੇ। ਹੁਣ ਇਹਦੇ ਵਿੱਚ ਇੱਕ ਜ਼ਿਕਰ ਆਪ ਦੇ ਸਨਮੁਖ ਰੱਖਦਿਆਂ, ਸਾਡੀ ਸਾਧੀ ਸਾਧਨਾ ਅਜੇ ਵੱਧ ਤੋਂ ਵੱਧ ਇੱਕ ਸਿੱਖ ਵਾਲੀ ਹੈ, ਨਾ ਤਾਂ ਗੁਰਸਿੱਖ ਵਾਲੀ ਹੈ ਨਾ ਗੁਰਮੁਖ ਵਾਲੀ। ਇਹਦੇ ਫਰਕ ਕੀ ਹਨ ਆਪ ਦੇ ਸਨਮੁਖ ਰੱਖਦਿਆਂ? ਗੁਰਬਾਣੀ ਰੋਜ਼ਾਨਾ ਪੜ੍ਹਦੇ ਹਾਂ, ਸ਼ਬਦ ਅਭਿਆਸ ਕਰਦੇ ਹਾਂ, ਪਰ ਸਾਡੀ ਸੁਰਤ ਦੀ ਸਾਧਨਾ ਨਹੀਂ ਹੁੰਦੀ। ਸੁਰਤ ਦੀ ਸਾਧਨਾ ਦਾ ਭਾਵ ਕੀ ਹੈ ਕਿ ਜੀਵਨ ਦੇ ਅੰਦਰ ਜਿੰਨੇ ਵਿਕਾਰਾਂ ਦੇ ਫੁਰਨੇ ਹਨ, ਜਿੰਨੀ ਮਨ ਦੀ ਭਟਕਣ ਹੈ, ਉਹ ਇੰਨੇ ਵਰਸ਼ ਬਾਣੀ ਪੜ੍ਹਦਿਆਂ ਵੀ ਨਾ ਤਾਂ ਸਮਝ ਆ ਰਹੀ ਹੈ ਅਤੇ ਨਾ ਸਾਡੇ ਕੋਲ ਕੰਟਰੋਲ ਹੋ ਰਹੀ ਹੈ। ਤਾਂ ਮਤਲਬ ਜੇ ਸਿੱਖ ਰੂਪ ਦੇ ਵਿੱਚ ਬਾਣੀ ਪੜ੍ਹ ਰਹੇ ਹਾਂ, ਜਿਹੜਾ ਗੁਰਸਿੱਖ ਰੂਪ ਦੇ ਵਿੱਚ ਭਗਤੀ ਕਰਦਾ ਹੈ, ਉਹਦੇ ਮਨ ਦੇ ਸਾਰੇ ਫੁਰਨੇ ਜਿਹੜੇ ਹਨ ਕੰਟਰੋਲ ਤਾਂ ਨਹੀਂ ਹੁੰਦੇ, ਪਰ ਉਹਨੂੰ ਸਾਰਿਆਂ ਦੀ ਸਮਝ ਪੈ ਜਾਂਦੀ ਹੈ। ਅਤੇ ਫਿਰ ਉਹਨਾਂ ਫੁਰਨਿਆਂ ਨੂੰ ਦੂਰ ਕਰਨ ਦੇ ਲਈ ਜ਼ਿਆਦਾ ਸਮਾਂ ਗੁਰੂ ਸ਼ਬਦ ਦੀ ਸਾਧਨਾ ਕਰਦਾ ਹੈ। ਫਿਰ ਜਦੋਂ ਪੂਰੀ ਤਰ੍ਹਾਂ ਫੁਰਨੇ ਕੰਟਰੋਲ ਹੋ ਜਾਂਦੇ ਹਨ ਅਤੇ ਖਤਮ ਹੋ ਜਾਂਦੇ ਹਨ, ਅਤੇ ਉਹਦੀ ਸੁਰਤ ਦੇ ਵਿੱਚ ਕੇਵਲ ਗੁਰੂ ਦਾ ਸਰੂਪ ਹੀ ਬਚਦਾ, ਉਹਨੂੰ ਗੁਰਮੁਖ ਆਖਦੇ ਹਨ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਦਾਸ ਬੇਨਤ ਕਹੈ, ਕਿ ਗੁਰੂ ਸਾਹਿਬ ਜੀ ਆਪ ਜੀ ਦੇ ਸਨਮੁਖ ਮੇਰੀ ਅਰਦਾਸ ਹੈ, ਬੇਨਤੀ ਹੈ, ਨਾਮ ਗੁਰਮੁਖਲ ਹੈ। ਜਿਵੇਂ ਗੁਰਮੁਖਾਂ ਨੂੰ ਨਾਮ ਦਾ ਅਨੁਭਵ ਪ੍ਰਾਪਤ ਹੁੰਦਾ ਹੈ, ਉਸੇ ਤਰ੍ਹਾਂ ਹੀ ਸਾਨੂੰ ਅਨੁਭਵ ਪ੍ਰਾਪਤ ਹੋਵੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ, ਅਤੇ ਸਦਾ ਹੀ ਆਪ ਦੇ ਨਾਮ ਦੀ ਆਰਾਧਨਾ ਕਰਕੇ ਆਪ ਦੇ ਪਰਮ ਸਰੂਪ ਨਾਲ ਅਭੇਦ ਰਹੀਏ। ਸ੍ਰੀ ਗੁਰੂ ਸਾਹਿਬ ਸਭ ਉਪਰ। ਹੁਣ ਭੱਟ ਸਾਹਿਬਾਨ ਜੀ ਅਗਲੇ ਸਵਈਏ ਵਿੱਚ ਜ਼ਿਕਰ ਕਰਦੇ ਹਨ, ਉਹਨਾਂ ਨੇ ਗੁਰੂ ਦੇ ਆਦਿ ਜੁਗਾਦੀ ਸਰੂਪ ਦਾ ਕਥਨ ਕੀਤਾ ਹੈ ਕਿ ਗੁਰੂ ਨੇ ਹਰ ਯੁੱਗ ਦੇ ਵਿੱਚ ਆਪਣੇ ਸਰੂਪ ਦਾ ਪ੍ਰਕਾਸ਼ ਕੀਤਾ। ਆਖਦੇ ਹਨ, ਸ੍ਰੀ ਗੁਰੂ ਸਾਹਿਬ ਸਭ ਉੱਪਰ, ਐਸੇ ਸਤਿਗੁਰੂ ਸਾਹਿਬ ਜੀ ਜੋ ਸਭ ਤੋਂ ਸ਼੍ਰੋਮਣੀ ਹਨ। ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ, ਅਤੇ ਜਿਨ੍ਹਾਂ ਨੇ ਸਤਿਯੁਗ ਦੇ ਵਿੱਚ ਆਪਣੇ ਗਿਆਨ ਸਰੂਪ ਦਾ ਪ੍ਰਕਾਸ਼ ਕਰਕੇ ਅਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਸੱਤ ਤੱਤ ਵਰਤਾਇਆ ਸੀ, ਜਿਨ੍ਹਾਂ ਦੀ ਕਿਰਪਾ ਸਦਕਾ ਹੀ ਧਰੂ ਭਗਤ ਵਰਗਿਆਂ ਨੂੰ ਬੰਦਗੀ ਦਾ ਭੇਦ ਮਿਲਿਆ ਸੀ। ਸ੍ਰੀ ਪ੍ਰਹਿਲਾਦ ਭਗਤ ਉਦਰਿਯੰ ਹਸਤ ਕਮਲ ਮਾਥੇ ਪਰ ਧਰਿਯੰ, ਅਤੇ ਪ੍ਰਹਿਲਾਦ ਭਗਤ ਨੇ ਜੋ ਭਗਤੀ ਕੀਤੀ ਸੀ, ਉਹਦੇ ਉਧਾਰ ਕਰਨ ਵਾਲੇ ਵੀ ਸਤਿਗੁਰੂ ਸਰੂਪ ਸਨ, ਜਿਨ੍ਹਾਂ ਨੇ ਹਸਤ ਕਮਲ, ਉਹਨਾਂ ਦੇ ਮੱਥੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਿਆ ਸੀ। ਅਲਖ ਰੂਪ ਜੀ ਲਖਿਆ ਨਾ ਜਾਈ, ਸਾਧਕ ਸਿੱਧ ਸਗਲ ਸਰਣਾਈ, ਅਤੇ ਗੁਰੂ ਦਾ ਐਸਾ ਸਰੂਪ ਜਿਹੜਾ ਲਖਿਆ ਨਹੀਂ ਜਾ ਸਕਦਾ। ਸਾਰੇ ਸਿੱਧ ਸਾਧਕ ਜਿਸ ਗੁਰੂ ਦੀ ਸ਼ਰਨ ਚਾਹੁੰਦੇ ਹਨ, ਗੁਰ ਕੇ ਬਚਨ ਸਤ ਜੀ ਧਾਰੋ, ਮਾਨਸ ਜਨਮ ਦੇਹ ਨਿਸਤਾਰੋ। ਤਾਂ ਭੱਟ ਸਾਹਿਬਾਨ ਬਖਸ਼ਿਸ਼ ਕਰਦੇ ਹਨ, ਐਸੇ ਗੁਰੂ ਜੋ ਸ਼ਬਦ ਤੋਂ ਸ਼੍ਰੋਮਣੀ ਹਨ, ਜਿਹੜੇ ਸਤਿਯੁਗ ਦੇ ਵਿੱਚ ਧਰੂ ਨੂੰ, ਪ੍ਰਹਿਲਾਦ ਭਗਤ ਨੂੰ ਬਖਸ਼ਿਸ਼ ਕਰਨ ਵਾਲੇ ਹਨ, ਜਿਨ੍ਹਾਂ ਦੇ ਸਰੂਪ ਦਾ ਜ਼ਿਕਰ ਨਹੀਂ ਹੋ ਸਕਦਾ। ਸਾਰੀ ਸ੍ਰਿਸ਼ਟੀ ਜਿਨ੍ਹਾਂ ਦੀ ਸ਼ਰਨ ਲੋੜਦੀ ਹੈ, ਕਹਿੰਦੇ ਉਹਨਾਂ ਦੇ ਬਚਨ ਸਤ ਜੀ ਧਾਰੋ, ਉਹਨਾਂ ਦੇ ਗੁਰਬਾਣੀ ਰੂਪ ਜਿਹੜੇ ਬਚਨ ਹਨ, ਉਹਨਾਂ ਨੂੰ ਸਤ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ, ਜਿਹਦੇ ਸਦਕਾ ਮਾਨਸ ਜਨਮ ਦੇਹ ਨਿਸਤਾਰੋ। ਅਤੇ ਜਿਹੜੀ ਮਨੁੱਖਾ ਕਾ ਜੀਵਨ ਕਰਕੇ ਇਹ ਦੇਹ ਮਿਲੀ ਹੈ, ਉਹ ਨਿਸਤਾਰੋ ਭਾਵ ਕਿ ਉਹਦਾ ਕਲਿਆਣ ਹੋ ਜਾਵੇਗਾ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ।
ਇਸ ਕਰਕੇ ਗੁਰੂ ਸਰੂਪ ਦੀ ਮਹੱਤਤਾ ਭੱਟ ਸਾਹਿਬਾਨ ਜੀ ਦ੍ਰਿੜ ਕਰਾਉਂਦੇ ਹਨ ਕਿ ਗੁਰੂ ਹੀ ਸਭ ਤੋਂ ਸ਼੍ਰੋਮਣੀ ਹੈ। ਗੁਰੂ ਦੇ ਸਰੂਪ ਨੇ ਹੀ ਸਤਿਯੁਗ ਦੇ ਵਿੱਚ ਆਪਣੀ ਕਿਰਪਾ ਦਾ ਪ੍ਰਕਾਸ਼ ਕੀਤਾ ਸੀ। ਤੇ ਗੁਰ ਜਹਾਜ਼ ਖੇਵਟ ਗੁਰੂ, ਕਿ ਗੁਰੂ ਸ਼ਬਦ ਦਾ ਜੋ ਗਿਆਨ ਹੈ ਉਹ ਜਹਾਜ਼ ਵਾਂਗ ਹੈ। ਜਿਵੇਂ ਹੁਣ ਕਿਸੇ ਵੀ ਜੀਵਨ ਦੇ ਵਿੱਚ ਸਫਲਤਾ ਪਾਉਣੀ ਹੋਵੇ ਤਾਂ ਉਸ ਵਿਸ਼ੇ ਦਾ, ਉਸ ਪੱਖ ਦਾ ਗਿਆਨ ਚਾਹੀਦਾ ਹੈ। ਇਸ ਸੰਸਾਰ ਸਾਗਰ ਤੋਂ ਪਾਰ ਲੰਘਣਾ ਹੈ ਤਾਂ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ, ਗੁਰ ਜਹਾਜ਼ ਖੇਵਟ ਗੁਰੂ। ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ ਜਹਾਜ਼ ਹੈ ਤੇ ਗੁਰੂ ਆਪ ਹੀ ਉਹਦੇ ਵਿੱਚ ਮਲਾਹ ਹੈ। ਗੁਰ ਬਿਨ ਤਰਿਆ ਨਾ ਕੋਇ, ਤੇ ਜਿੰਨਾ ਚਿਰ ਕਿਸੇ ਨੇ ਗੁਰੂ ਸ਼ਬਦ ਵਿੱਚ ਸਵਾਰ ਨਹੀਂ ਹੋਇਆ, ਆਪਣੇ ਜੀਵਨ ਦੀ ਵਾਗਡੋਰ ਗੁਰੂ ਰੂਪ ਮਲਾਹ ਨੂੰ ਨਹੀਂ ਸੌਂਪੀ, ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਤਰਿਆ ਨਾ ਕੋਇ, ਕੋਈ ਵੀ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਉਤਰਿਆ ਹੈ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਤੇ ਕਹਿੰਦੇ ਇਹ ਸਾਰਾ ਜਿਹੜਾ ਮਹਾਤਮ ਕਿ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਦਾ ਅਭਿਆਸ ਕਰਕੇ, ਫਿਰ ਪ੍ਰੀਤ ਕਰਕੇ, ਸਮਰਪਣ ਕਰਕੇ, ਮਨ ਬੁੱਧੀ ਗੁਰੂ ਨੂੰ ਸੌਂਪ ਕੇ ਗੁਰੂ ਰੂਪ ਮਲਾਹ ਦੇ ਅਧੀਨ ਹੋ ਜਾਣਾ, ਕਹਿੰਦੇ ਇਹ ਗੁਰੂ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਤੇ ਗੁਰੂ ਬਿਨਾ ਕਿਸੇ ਤਰ੍ਹਾਂ ਦੀ ਵੀ ਮੁਕਤੀ ਸੰਭਵ ਨਹੀਂ ਹੈ। ਗੁਰੂ ਨਾਨਕ ਨਿਕਟ ਬਸੈ ਬਨਵਾਰੀ। ਹੁਣ ਆ ਕੇ ਗੁਰੂ ਨਾਨਕ ਸਰੂਪ ਦੀ ਸਿਫਤ ਕੱਥਦੇ ਹਨ ਜੋ ਭੱਟ ਸਾਹਿਬਾਨ ਨੇ ਪਹਿਲਾਂ ਜ਼ਿਕਰ ਕੀਤਾ, ਸ੍ਰੀ ਗੁਰੂ ਸਾਹਿਬ ਸਭ ਊਪਰ, ਕਿ ਸਾਰਿਆਂ ਤੋਂ ਸ਼੍ਰੋਮਣੀ ਜੋ ਗੁਰੂ ਨਾਨਕ ਦੇਵ ਸਾਹਿਬ ਹਨ। ਕਹਿੰਦੇ ਨਿਕਟ ਬਸੈ ਬਨਵਾਰੀ, ਉਹ ਸੰਸਾਰ ਦੇ ਵਾਲੀ ਦੇ ਨਿਕਟ ਵਸਦੇ ਹਨ। ਤਿਨ ਲਹਿਣੈ ਥਾਪ ਜੋਤ ਜਗ ਸਾਰੀ, ਤੇ ਆਪਣੇ ਪਰਮ ਗਿਆਨ ਸਰੂਪ ਦਾ ਪ੍ਰਕਾਸ਼, ਆਪਣੀ ਅਥਾਹ ਅਜ਼ਮਤ ਦਾ ਵਾਸ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਕਰਕੇ ਆਪਣੀ ਜੋਤ ਦਾ ਪ੍ਰਕਾਸ਼ ਕਰ ਦਿੱਤਾ। ਲਹਿਣੈ ਪੰਥ ਧਰਮ ਕਾ ਕੀਆ, ਅਮਰਦਾਸ ਭਲੇ ਕਉ ਦੀਆ। ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਧਰਮ ਦੀ ਕੀਰਤੀ ਨੂੰ ਅੱਗੇ ਵਿਸਥਾਰ ਦਿੱਤਾ, ਭਾਵ ਕਿ ਮਾਨਵਤਾ ਨੂੰ ਗੁਰੂ ਨਾਨਕ ਦੇ ਮਾਰਗ ਨਾਲ ਜੋੜੀ ਰੱਖਿਆ। ਅੱਗੇ ਉਹੀ ਮਾਰਗ ਦੀ ਜ਼ਿੰਮੇਵਾਰੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਦ ਆਈ, ਤਿੰਨ ਸ੍ਰੀ ਰਾਮਦਾਸ ਸੋਢੀ ਸਿਰ ਥੱਪਿਓ। ਫਿਰ ਉਹਨਾਂ ਨੇ ਆਪਣੀ ਭਗਤੀ ਦਾ ਖਜ਼ਾਨਾ, ਆਪਣੇ ਗਿਆਨ ਦਾ ਪ੍ਰਕਾਸ਼ ਕਹਿੰਦੇ ਸਾਰਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਹਰਿ ਕਾ ਨਾਮ ਅਖੈ ਨਿਦਿਅਪਿਓ, ਤੇ ਐਸਾ ਪਰਮੇਸ਼ਰ ਦਾ ਨਾਮ ਅਰਪਣ ਕੀਤਾ ਕਿ ਹਰ ਕੋਈ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਨਾਲ ਜੁੜ ਕੇ ਨਾਮ ਅਭਿਆਸ ਵਾਲਾ ਹੋ ਜਾਂਦਾ ਹੈ। ਅਪਿਓ ਹਰ ਨਾਮ ਅਖੈ ਨਿਦ ਚੌ ਜੁਗ, ਗੁਰ ਸੇਵਾ ਕਰ ਫਲ ਲਹੀਆਂ। ਤੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਚੌਹਾਂ ਯੁੱਗਾਂ ਦੇ ਵਿੱਚ ਜਿਸ ਨਾਮ ਦੀ ਆਰਾਧਨਾ ਦਾ, ਗੁਰੂ ਸੇਵਾ ਦਾ ਫਲ ਮਹਾਤਮ ਕਿਹਾ ਜਾਂਦਾ ਹੈ, ਜੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਪਰਸ ਲਈ ਜਾਵੇ, ਬੰਦਿਹ ਜੋ ਚਰਨ, ਜਿਹੜੇ ਗੁਰੂ ਚਰਨਾਂ 'ਤੇ ਬੰਧਨ ਕਰਦੇ ਹਨ, ਸ਼ਰਨ ਸੁਖ ਪਾਵੇ। ਤੇ ਗੁਰੂ ਦੀ ਸ਼ਰਨ ਜਾਣ ਨਾਲ ਐਸਾ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ, ਪਰਮਾਨੰਦ ਗੁਰਮੁਖ ਕਹੀਆਂ। ਤੇ ਸੰਸਾਰ ਦੇ ਵਿੱਚ ਉਹ ਗੁਰਮੁਖ ਕਹੇ ਜਾਂਦੇ ਹਨ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਣੰ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦਾ ਸਰੂਪ ਪ੍ਰਤੱਖ ਹੈ ਦੇਹ ਕਰਕੇ, ਪਰ ਉਹ ਅਸਲ ਕੀ ਹਨ? ਪਾਰ ਬ੍ਰਹਮ ਸੁਆਮੀ। ਉਹ ਇਸ ਸਰੀਰ ਦੇ ਵਿੱਚ ਰਹਿੰਦਿਆਂ ਵੀ ਇਸ ਤੋਂ ਪਾਰ ਵਸਦੇ ਹਨ। ਤੇ ਆਦ ਤੋਂ ਉਹਨਾਂ ਦਾ ਰੂਪ ਵਿਦਮਾਨ ਹੈ। ਪੋਖਣ ਭਰਨੰ, ਤੇ ਖਾਲੀ ਜਿਹੜੇ ਹੁੰਦੇ ਹਨ ਉਹਨਾਂ ਨੂੰ ਭਰਨ ਵਾਲੇ ਹਨ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ। ਤੇ ਭੱਟ ਸਾਹਿਬਾਨ ਜੀ ਆਖਦੇ ਹਨ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੀ ਸੇਵਾ ਦਾ ਲੱਖ ਭਾਵ ਨਹੀਂ ਕਥਿਆ ਜਾ ਸਕਦਾ, ਜਿਨ੍ਹਾਂ ਦੀ ਮਹਿਮਾ ਕਿਸੇ ਤਰੀਕੇ ਨਾਲ ਨਹੀਂ ਕਥੀ ਜਾ ਸਕਦੀ, ਐਸੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕਰੋ, ਕਿਉਂਕਿ ਆਪ ਇਸ ਸੰਸਾਰ ਤੋਂ ਤਰੇ ਹਨ ਤੇ ਦੂਜਿਆਂ ਨੂੰ ਉਤਾਰਨ ਦੇ ਸਮਰੱਥ ਹਨ। ਜਿਹੇ ਅੰਮ੍ਰਿਤ ਬਚਨ ਬਾਣੀ, ਸਾਧੂ ਜਨ ਜਪਹਿ ਕਰ ਵਿਚਿਤ ਚਾਓ।
ਤਾਂ ਹੁਣ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਪਵਿੱਤਰ ਬਾਣੀ ਦਾ ਉਚਾਰਨ ਆਪਣੀ ਮੁਖਵਾਕ ਰਸਨਾ ਤੋਂ ਕੀਤਾ ਹੈ। ਕਹਿੰਦੇ ਜਿਹੜੇ ਜ਼ਿਕਰ ਆਇਆ ਸੀ ਸਤਿਗੁਰ ਗੁਰ ਸੇਵ, ਕਿ ਐਸੇ ਸਤਿਗੁਰੂ ਜਿਹੜੇ ਖਾਲੀਆਂ ਨੂੰ ਭਰਨ ਵਾਲੇ ਹਨ, ਜਿਨ੍ਹਾਂ ਦੀ ਸ਼ਰਨ ਪੈਣ ਦੇ ਨਾਲ ਬੰਦਾ ਗੁਰਮੁਖ ਹੋ ਜਾਂਦਾ ਹੈ, ਜਿਨ੍ਹਾਂ ਦੀ ਸੇਵਾ ਦੇ ਸਦਕਾ ਜੀਵ ਨੂੰ ਪਰਮਗਤ ਪ੍ਰਾਪਤ ਹੋ ਜਾਂਦੀ ਹੈ। ਕਹਿੰਦੇ ਐਸੇ ਸਤਿਗੁਰੂ ਸਾਹਿਬਾਨ ਜੀ ਨੇ ਜੋ ਅੰਮ੍ਰਿਤ ਬਚਨ ਬਾਣੀ ਰੂਪ ਦੇ ਵਿੱਚ ਉਚਾਰਨ ਕੀਤੇ ਹਨ। ਜਿਹੜੇ ਸਾਧੂ ਜਨ ਹਨ ਉਹ ਫਿਰ ਉਹਨਾਂ ਦੀ ਸੇਵਾ ਕਿਵੇਂ ਕਰਦੇ ਹਨ? ਸਾਧੂ ਜਨ ਜਪਹਿ ਕਰ ਬਚਿਤ ਚਾਓ, ਕਿ ਆਪਣੇ ਚਿੱਤ ਨੂੰ ਵਿਸ਼ੇਸ਼ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਨਾਲ ਜੋੜ ਲੈਂਦੇ ਹਨ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ। ਕਹਿੰਦੇ ਜਿਵੇਂ ਸੰਸਾਰ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਹੋਵੇ ਨਾ, ਤਾਂ ਬੰਦਾ ਆਪਣਾ ਪੂਰਾ ਯਤਨ ਕਰ ਦਿੰਦਾ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਆਰਾਧਨਾ ਕਰਕੇ ਗੁਰੂ ਵਿੱਚ ਅਭੇਦ ਹੋਣਾ ਹੈ, ਭੱਟ ਸਾਹਿਬਾਨ ਦੀ ਜ਼ਿਕਰ ਕਰਦੇ ਹਨ, ਸਾਧੂ ਜਨ ਜਪਹਿ ਕਰ ਬਚਿਤ ਚਾਓ, ਕਿ ਉਹ ਆਪਣੇ ਚਿੱਤ ਦੇ ਵਿੱਚ ਪਹਿਲਾਂ ਵਿਸ਼ੇਸ਼ ਚਾਓ ਭਰਦੇ ਹਨ। ਹੁਣ ਵਿਸ਼ੇਸ਼ ਚਾਓ ਦਾ ਮਤਲਬ ਕੀ ਹੈ? ਕਿ ਉਹ ਆਪਣੇ, ਜਿਵੇਂ ਸਾਡੀ ਆਮ ਗੁਰਸਿੱਖਾਂ ਦੀ ਸਾਧਨਾ ਹੁੰਦੀ ਹੈ 4-5 ਵਜੇ ਜਾ ਕੇ ਸ਼ੁਰੂ, ਜਿਨ੍ਹਾਂ ਦੇ ਚਿੱਤ ਵਿੱਚ ਵਿਸ਼ੇਸ਼ ਚਾਓ ਹੈ, ਵਿਸ਼ੇਸ਼ ਪ੍ਰੇਮ ਹੈ ਗੁਰੂ ਚਰਨਾਂ ਦਾ, ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਉਹ ਉਸ ਵਕਤ ਆਪਣੀ ਸਾਧਨਾ ਆਰੰਭ ਕਰਦੇ ਹਨ ਜਦ ਬਾਣੀ ਵਿੱਚ ਜਿਹਦਾ ਜ਼ਿਕਰ ਆਇਆ, ਭਿੰਨੀ ਰੈਣੜੀਏ ਚਮਕਨ ਤਾਰੇ ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ, ਕਿ ਜਦੋਂ ਰਾਤ ਦਾ ਹਨੇਰਾ ਪਹਿਲੇ ਪੈਰ ਤੋਂ ਵੀ ਪਹਿਲਾਂ ਛੱਟਣਾ ਸ਼ੁਰੂ ਹੋ ਜਾਂਦਾ ਹੈ, ਉਸ ਸਮੇਂ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਦਰਸ਼ਨਾਂ ਦਾ, ਗੁਰੂ ਦੇ ਪ੍ਰੇਮ ਦਾ ਚਿੱਤ ਵਿਸ਼ੇਸ਼ ਕਰਕੇ ਜੁੜਿਆ ਹੈ, ਉਸ ਸਮੇਂ ਗੁਰੂ ਦੇ ਨਾਮ ਨੂੰ ਜਪਦੇ ਹਨ। ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ, ਅਤੇ ਇੰਜ ਗੁਰੂ ਸ਼ਬਦ ਦੀ ਸਾਧਨਾ ਕਰਨ ਦੇ ਨਾਲ ਉਹਨਾਂ ਦੇ ਜੀਵਨ 'ਚ ਐਸਾ ਆਨੰਦ ਬਣਦਾ ਹੈ ਕਿ ਗੁਰ ਦਰਸ਼ਨ ਕਰਕੇ ਉਹ ਇਸ ਸੰਸਾਰ ਵਿੱਚ ਸਫਲ ਹੋ ਜਾਂਦੇ ਹਨ। ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ, ਅਤੇ ਜਿਵੇਂ ਸੰਸਾਰ ਆਪਣੇ ਜੀਵਨ ਨੂੰ ਪਵਿੱਤਰ ਕਰਦਾ ਗੰਗਾ ਦੇ ਇਸ਼ਨਾਨ ਨਾਲ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਐਸੇ ਗੁਰਮੁਖ ਜਨ ਜਿਹੜੇ ਵਿਸ਼ੇਸ਼ ਚਾਓ ਕਰਕੇ, ਵਿਸ਼ੇਸ਼ ਚਿੱਤ ਕਰਕੇ ਗੁਰੂ ਸ਼ਬਦ ਨੂੰ ਆਰਾਧਦੇ ਹਨ, ਅਤੇ ਸੰਸਾਰ ਵਿੱਚ ਗੁਰੂ ਦਰਸ਼ਨ ਕਰਕੇ ਸਫਲ ਹੋ ਜਾਂਦੇ ਹਨ, ਅਤੇ ਉਹਨਾਂ ਦਾ ਜੀਵਨ ਫਿਰ ਗੁਰੂ ਦੀ ਆਰਾਧਨਾ ਕਰਕੇ ਗੰਗਾ ਦੇ ਇਸ਼ਨਾਨ ਵਾਂਗ ਇੰਨਾ ਜ਼ਿਆਦਾ ਪਵਿੱਤਰ ਹੋ ਜਾਂਦਾ ਹੈ। ਅਤੇ ਉਹਨਾਂ ਦਾ ਗੰਗਾ ਦਾ ਇਸ਼ਨਾਨ ਗੰਗਾ ਜਾਣ ਦੇ ਨਾਲ ਨਹੀਂ, ਗੁਰ ਦਰਸ਼ਨ ਪਰਸਨ, ਕਿ ਗੁਰੂ ਕੇ ਦਰਸ਼ਨ ਪਰਸ਼ਨ ਦੇ ਨਾਲ ਉਹ ਪਵਿੱਤਰ ਗਤ ਜੀਵਨ ਵਾਲੇ ਹੋ ਜਾਂਦੇ ਹਨ। ਜੀਤੇ ਜਮ ਲੋਕ ਪਤਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ, ਅਤੇ ਜਿਹੜੇ ਲੋਕ ਪਤਤ ਜੀਵਨ ਵਾਲੇ ਹੋ ਜਾਂਦੇ ਹਨ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ ਜਦੋਂ ਗੁਰੂ ਰਾਮਦਾਸ ਸਰੂਪ ਨੂੰ ਆਰਾਧਦੇ ਹਨ, ਉਹਨਾਂ ਪਤਤਾਂ ਦਾ ਜੀਵਨ ਵੀ ਪਵਿੱਤਰ ਹੋ ਜਾਂਦਾ ਹੈ, ਅਤੇ ਗੁਰੂ ਗਿਆਨ ਦੇ ਵਿੱਚ ਰਤੇ ਹੋਏ ਉਹ ਜਮ ਲੋਕ ਨੂੰ ਵੀ ਜਿੱਤ ਲੈਂਦੇ ਹਨ। ਰਘੁਬੰਸ ਤਿਲਕ ਸੁੰਦਰ ਦਸਰਥ ਘਰ ਮੁਨ ਬੰਛਹਿ ਜਾਂ ਕੀ ਸਰਣੰ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਰਘੁਬੰਸ ਤਿਲਕ ਸੁੰਦਰ ਦਸਰਥ, ਭਾਵ ਕਿ ਰਘੂ ਕੁਲ ਦੇ ਜੋ ਗੁਰੂ ਹਨ, ਭਾਵ ਕਿ ਦਸ਼ਰਥ ਜੀ ਦੇ ਪੁੱਤਰ ਰਾਮਚੰਦਰ ਜੀ, ਉਹਨਾਂ ਦੇ ਜਿਹੜੇ ਜੋ ਗੁਰੂ ਹਨ, ਵਸ਼ਿਸ਼ਟ ਜੀ ਜੋ ਮੁਨੀ ਜਨ ਹਨ, ਕਹਿੰਦੇ ਉਹ ਜਿਨ੍ਹਾਂ ਦੀ ਸ਼ਰਨ ਲੋਚਦੇ ਹਨ ਉਹ ਸ਼ਰਨ ਗੁਰੂ ਰਾਮਦਾਸ ਹੈ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੇ ਸ਼੍ਰੀ ਰਾਮਦਾਸ ਤਾਰਨ ਤਰਣੰ, ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੀ ਅਲਖ ਗਤ ਨੂੰ ਲਖਿਆ ਨਹੀਂ ਜਾ ਸਕਦਾ, ਜਿਨ੍ਹਾਂ ਦੀ ਸਿਫਤ ਦਾ ਕਥਨੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਨਾਂ ਦੀ ਸੇਵ ਵਿੱਚ ਜੁੜੋ, ਕਿਉਂਕਿ ਉਹ ਇਸ ਯੁੱਗ ਤੋਂ ਆਪ ਤਰ ਗਏ ਹਨ, ਦੂਜਿਆਂ ਨੂੰ ਵੀ ਤਾਰਨ ਦੇ ਸਮਰੱਥ ਹਨ। ਸੰਸਾਰ ਅਗੰਮ ਸਾਗਰ ਤੁਲਹਾ
ਹਰ ਨਾਮ ਗੁਰੂ ਮੁਖ ਪਾਇਆ। ਹੁਣ ਜਦੋਂ ਜੀਵ ਸ਼ਬਦ ਦੇ ਅਭਿਆਸ ਵਿੱਚ ਜੁੜਦਾ ਹੈ, ਫਿਰ ਉਹਨੂੰ ਪਤਾ ਲੱਗਦਾ ਕਿ ਸੰਸਾਰ ਸਮੁੰਦਰ ਕਿਵੇਂ ਹੈ। ਉਹ ਦੇਖਦਾ ਕਿ ਇੰਨਾ ਸਮਾਂ ਸਾਧਨਾ ਕਰਦਿਆਂ ਨੂੰ ਹੋ ਗਿਆ, ਪਰ ਅਜੇ ਤੱਕ ਦੇਹ ਦਾ ਹੰਗਤਾ ਨਹੀਂ ਛੁੱਟੀ, ਭਾਵ ਕਿ ਦੇਹ ਦਾ ਅਧਿਆਸ ਨਹੀਂ ਛੁੱਟਿਆ। ਦੇਹ ਦੇ ਅਧਿਆਸ ਦਾ ਮਤਲਬ ਹੈ ਕਿ ਮਨ ਦੇ ਫੁਰਨੇ ਬੜੇ ਵਿਆਪਤ ਹਨ, ਜ਼ੁਬਾਨ ਦੇ ਰਸਕਸ ਬੜੇ ਲੱਗੇ ਹਨ, ਵਿਕਾਰਾਂ ਦੀ ਤ੍ਰਿਸ਼ਨਾ ਅਜੇ ਤੱਕ ਨਹੀਂ ਹਟਦੀ, ਜੀਵਨ ਦੀ ਲਾਲਸਾ ਦਿਨ ਬਾ ਦਿਨ ਵੱਧਦੀ ਜਾ ਰਹੀ। ਇਹਨੂੰ ਦੇਹ ਅਧਿਆਸ ਆਖਦੇ ਹਨ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਜਦੋਂ ਕੋਈ ਗੁਰੂ ਸ਼ਬਦ ਅਭਿਆਸ ਵਿੱਚ ਜੁੜਦਾ ਹੈ ਤਾਂ ਫਿਰ ਉਹਨੂੰ ਸਮਝ ਆਉਂਦੀ ਹੈ ਕਿ ਸੰਸਾਰ ਸਮੁੰਦਰ ਕਿਵੇਂ ਹੈ। ਤਾਂ ਭੱਟ ਸਾਹਿਬ ਜੀ ਜ਼ਿਕਰ ਕਰਦੇ ਹਨ, ਸੰਸਾਰ ਅਗੰਮ ਸਾਗਰ। ਇਹ ਜਿਹੜਾ ਸੰਸਾਰ ਹੈ ਨਾ ਤਰਿਆ ਜਾਣ ਵਾਲਾ ਸਾਗਰ ਹੈ। ਇਹ ਇੰਨਾ ਜ਼ਿਆਦਾ ਡੂੰਘੇਰਾ ਹੈ ਕਿ ਨਾ ਤਾਂ ਆਪਣੇ ਜਹਾਜ਼ ਦੇ ਨਾਲ, ਨਾ ਆਪਣੇ ਯਤਨ ਦੇ ਨਾਲ, ਅਤੇ ਨਾ ਹੀ ਆਪ ਮਲਾਹ ਬਣਿਆ ਜੀਵ ਇਹਦੇ ਤੋਂ ਪਾਰ ਪੈ ਸਕਦਾ ਹੈ। ਤਾਂ ਜ਼ਿਕਰ ਕਰਦੇ ਹਨ, ਸੰਸਾਰ ਸਾਗਰ, ਸੰਸਾਰ ਅਗੰਮ ਸਾਗਰ, ਤੁਲਹਾ ਹਰ ਨਾਮ। ਤੁਲਹਾ ਦਾ ਭਾਵ ਹੈ ਕਿ ਜਿਹੜੇ ਕਾਨੇ ਆਦਿਕ ਦੇ ਨਾਲ ਉਹਦੇ ਵਿੱਚ ਘਾਹ ਫੂਸ ਭਰ ਕੇ ਫਿਰ ਉੱਪਰ ਕਾਨੇ ਲਗਾ ਕੇ ਪਾਣੀ ਦੇ ਵਿੱਚ ਤਰਨ ਵਾਲੀ ਇੱਕ ਸ਼ੈ ਬਣਾਈ ਜਾਂਦੀ ਹੈ, ਉਹਨੂੰ ਤੁਲਹਾ ਆਖਦੇ ਹਨ। ਪਰ ਜਦੋਂ ਭੱਟ ਸਾਹਿਬਾਨਾਂ ਨੇ ਕਿਹਾ ਹੈ ਕਿ ਸੰਸਾਰ ਅਗੰਮ ਸਾਗਰ, ਕਿ ਸੰਸਾਰ ਨਾ ਤਰਿਆ ਜਾਣ ਵਾਲਾ ਸਾਗਰ ਹੈ, ਤੇ ਇਹਦਾ ਭਾਵ ਕਿ ਗੁਰੂ ਦਾ ਨਾਮ ਹੀ ਉੱਥੇ ਜਹਾਜ਼ ਰੂਪ ਹੋ ਕੇ ਪ੍ਰਗਟ ਹੁੰਦਾ ਹੈ। ਅਤੇ ਕਹਿੰਦੇ ਹਰ ਨਾਮ ਗੁਰੂ ਮੁਖ ਪਾਇਆ, ਕਿ ਗੁਰੂ ਦੇ ਮੁਖ ਤੋਂ ਜੋ ਪਵਿੱਤਰ ਨਾਮ ਸ਼ਰਵਣ ਕੀਤਾ ਹੈ ਉਹੀ ਸਾਡੇ ਲਈ ਨਾਮ ਰੂਪ ਜਹਾਜ਼ ਹੈ। ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ। ਅਤੇ ਸਤਿਗੁਰੂ ਦੇ ਪ੍ਰਤੀ ਆਪਣੇ ਹਿਰਦੇ ਅੰਦਰ ਪ੍ਰਤੀਤ ਇਹ ਭਰੋਸਾ ਦ੍ਰਿੜ ਕੀਤਾ ਕਿ ਸਤਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਜਨਮ ਮਰਨ ਦਾ ਸੰਕਟ ਦੂਰ ਹੋ ਜਾਂਦਾ ਹੈ। ਜਿਹੜੀ ਵਾਸਨਾ ਹੈ ਉਹ ਬਿਲਕੁਲ ਮੁੱਕ ਜਾਂਦੀ ਹੈ। ਹੁਣ ਜਿਹੜਾ ਜੰਮਣ ਮਰਨ ਆਵਾਗਮਨ ਦਾ ਚੱਕਰ ਹੈ ਉਹ ਜੀਵਨ ਦੇ ਵਿੱਚ ਵਾਸਨਾ ਕਰਕੇ ਬਣਦਾ ਹੈ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਸ਼ਬਦ ਦੀ ਪ੍ਰਤੀਤ ਭਾਵ ਭਰੋਸਾ ਆਇਆ ਹੈ, ਉਹ ਇਸ ਜਗ ਤੋਂ ਜਨਮ ਮਰਨ ਦੇ ਸੰਕਟ ਤੋਂ ਛੁੱਟ ਜਾਂਦੇ ਹਨ। ਪ੍ਰਤੀਤ ਹੀਐ ਆਈ ਜਿਨ ਜਨ ਕੈ, ਤਿਨ ਕਉ ਪਦਵੀ ਉੱਚ ਪਈ। ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਭੱਟ ਸਾਹਿਬਾਨ ਆਖਦੇ ਭਰੋਸਾ ਬੱਝ ਗਿਆ ਕਿ ਗੁਰੂ ਇਸ ਸੰਸਾਰ ਸਾਗਰ ਤੋਂ ਤਾਰਨ ਦੇ ਸਮਰੱਥ ਹੈ, ਅਤੇ ਗੁਰੂ ਦੀ ਸ਼ਰਨ ਪਰਸਣ ਦੇ ਨਾਲ ਹੀ ਜਨਮ ਮਰਨ ਦੇ ਸੰਕਟ ਟਲਦੇ ਹਨ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ, ਐਸੇ ਭਰੋਸੇ ਵਾਲਿਆਂ ਦੀ ਪਦਵੀ ਬੜੀ ਉੱਚ ਹੋ ਜਾਂਦੀ ਹੈ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ। ਫਿਰ ਉਹ ਗੁਰੂ ਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਗੁਰੂ ਕੀ ਕਿਰਪਾ ਸਦਕਾ ਸਾਰੀ ਮਾਇਆ ਦਾ ਮੋਹ ਛੱਡ ਦਿੰਦੇ ਹਨ। ਲੋਭ ਅਰ ਲਾਲਚ ਜਿਹੜੀ ਉਹਦੀ ਬ੍ਰਿਥਾ ਅੰਦਰ ਲੱਗੀ ਰਹਿੰਦੀ ਹੈ ਉਹ ਵੀ ਸ਼ਾਂਤ ਹੋ ਜਾਂਦੀ ਹੈ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿਵ ਦ੍ਰਿਸ਼ਟ ਕਾਰਣ ਕਰਣ। ਤਾਂ ਕਹਿੰਦੇ ਸਤਿਗੁਰੂ ਸਰੂਪ ਦੀ ਕਿਰਪਾ ਨਾਲ ਅਵਲੋਕਿਆ ਭਾਵ ਦੇਖਿਆ। ਜਦੋਂ ਅਕਾਲ ਪੁਰਖ ਸਰੂਪ ਨੂੰ ਘਟ ਘਟ ਦੇ ਵਿੱਚ ਦੇਖ ਕੇ ਇੱਕੋ ਰੂਪ ਜਾਣ ਕੇ ਅੰਗ ਸੰਗ ਵਿਆਪਕ ਜਾਣਿਆ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਭਰਮ ਸਭ ਛੁਟਕਿਆ। ਫਿਰ ਇਹ ਸਾਰੇ ਭਰਮ ਛੁੱਟ ਗਏ ਕਿ ਗੁਰੂ ਦੀ ਸਾਡੇ ਤੋਂ ਕਿਤੇ ਦੂਰੀ ਹੈ। ਕਹਿੰਦੇ ਦਿਵ ਦ੍ਰਿਸ਼ਟ ਦਾ ਪ੍ਰਕਾਸ਼ ਹੋਇਆ ਅਤੇ ਸਮਝ ਆਈ ਕਾਰਨ ਕਰਣੰ, ਕਿ ਸਤਿਗੁਰੂ ਆਪ ਹੀ ਇਸ ਸੰਸਾਰ ਸਾਗਰ ਦਾ ਰਚਣਹਾਰ ਹੈ। ਆਪ ਹੀ ਸਾਨੂੰ ਜੀਵਾਂ ਨੂੰ ਗਿਆਨ ਦੇ ਆਧਾਰ ਦੇ ਨਾਲ ਮੁਕਤ ਕਰਦਾ ਹੈ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ, ਤਾਰਨ ਤਰਨੰ। ਅਤੇ ਭੱਟ ਸਾਹਿਬਾਨ ਜੀ ਆਖਦੇ ਨੇ, ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੀ ਅਲੱਖ ਸਰੂਪ ਦੀ ਗਤ ਨਹੀਂ ਲਿਖੀ ਜਾ ਸਕਦੀ, ਜਿਨ੍ਹਾਂ ਦੀ ਸੇਵਾ ਦੇ ਨਾਲ ਮਨੁੱਖ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਐਸੇ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਸ਼ਰਨ ਦੇ ਵਿੱਚ, ਮੁਬਾਰਕ ਸੇਵ ਦੇ ਵਿੱਚ ਜੁੜਨ ਦਾ ਯਤਨ ਕਰੋ। ਇਸ ਪ੍ਰਕਾਰ ਭੱਟ ਸਾਹਿਬਾਨ ਜੀ ਗੁਰੂ ਕੇ ਅਗੰਮ ਗੋਚਰ ਸਰੂਪ ਦੀ ਸਿਫਤ ਕਥਦਿਆਂ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਸੇਵਾ ਦੇ ਨਾਲ
ਸਾਡੇ ਮਨੁੱਖਾ ਜੀਵਨ ਦੀ ਕਲਿਆਣਤਾ ਦਰਸਾਉਂਦੇ ਹਨ। ਸਤਿਗੁਰੂ ਕਿਰਪਾ ਕਰਨ, ਪਾਵਨ ਸਵਈਆਂ ਦੇ ਵਿੱਚੋਂ ਦ੍ਰਿੜ ਹੋਏ ਗੁਰੂ ਭਾਵ ਦਾ ਗਿਆਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਸਫੁਰ ਹੋ ਜਾਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।